ਕਹਿੰਦਾ ਬੱਲੇ 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 ਆ ਫੜ 500 ਰੁਪਈਆ ਸਹੀ ਤੂੰ ਜਵਾਬ ਦਿੱਤਾ ਤੇ ਪੱਠੇ। ਸਾਨੂੰ ਵੇਖਣ ਵਾਲੇ ਸਾਰੇ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਤੁਸੀਂ ਵੇਖ ਰਹੇ ਹੋ ਪੰਜਾਬੀ ਰੰਗ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਰੰਗ ਦੀ ਤੇ ਉਹਦੇ ਵਿੱਚ ਅਸੀਂ ਸਿਰਫ ਪੰਜਾਬੀ ਜ਼ੁਬਾਨ ਤੇ ਗੱਲ ਨਹੀਂ ਕਰਦੇ, ਅਸੀਂ ਓਵਰਆਲ ਪੰਜਾਬ ਦੇ ਵਿੱਚ ਜਿਹੜੀ ਸ਼ੈ ਮੌਜੂਦ ਆ ਉਹ 'ਤੇ ਗੱਲ ਕਰਦੇ ਹਾਂ। ਉਹ ਭਲਾ ਸਾਡਾ ਪੰਜਾਬੀ ਕਲਚਰ ਹੋਵੇ, ਸਾਡਾ ਵਿਰਸਾ ਹੋਵੇ, ਸਾਡੀ ਸਕਾਫਤ ਹੋਵੇ। ਭਾਜੀ ਅੱਜ ਤੁਸੀਂ ਕੀ ਗੱਲ ਕਰਨਾ ਚਾਹੋਗੇ ਅੱਜ ਦੀ ਵੀਡੀਓ 'ਚ? ਦੇਖੋ ਜੀ, ਮੈਂ ਪਹਿਲਾਂ ਤਾਂ ਇਹ ਗੱਲ ਕਰਨਾ ਚਾਹਾਂਗਾ ਕਿ ਪਹਿਲੇ ਜਿਹੜੇ ਵਲੌਗ ਆਪਣੇ ਆਏ ਨੇ, ਜੋ ਵੀਡੀਓ ਸੀਗੀਆਂ ਉਹਦੇ ਵਿੱਚ ਅਸੀਂ ਦੱਸਿਆ ਕਿ ਪੰਜਾਬੀ ਜ਼ੁਬਾਨ ਮਰ ਰਹੀ ਆ। ਬਿਲਕੁਲ। ਉਹਦੇ ਵਿੱਚ ਪੰਜਾਬੀਆਂ ਦਾ ਕਸੂਰ ਅਸੀਂ ਗਿਣਵਾਇਆ। ਹਾਂਜੀ। ਉਹਦੇ ਵਿੱਚ ਅਸੀਂ ਗਿਣਵਾਇਆ ਕਸੂਰ ਸਕੂਲਾਂ ਦਾ, ਉਹਦੇ ਵਿੱਚ ਅਸੀਂ ਕਸੂਰ ਗਿਣਵਾਇਆ ਅੰਗਰੇਜ਼ੀ ਜ਼ੁਬਾਨ ਦਾ, ਬਿਲਕੁਲ, ਸਾਡੇ ਘਰ ਦੇ ਮਾਹੌਲ ਦਾ। ਇਸੇ ਤਰ੍ਹਾਂ ਉਹਦੇ ਵਿੱਚ ਇਹਦਾ ਕਸੂਰ, ਜਿੱਦਾਂ ਇਹ ਸਾਰੀਆਂ ਜਿਹੜੀਆਂ ਮੈਂ ਅੱਗੇ ਤੁਹਾਨੂੰ ਦੱਸੀਆਂ ਨੇ ਚੀਜ਼ਾਂ, ਹਾਂਜੀ, ਉਹਦੇ ਵਿੱਚ ਹਕੂਮਤ ਦਾ ਵੀ ਕਸੂਰ ਆ। ਕਿਉਂਕਿ ਹਕੂਮਤ ਅਗਰ ਚਾਹੁੰਦੀ ਤੇ ਇਸ ਜ਼ੁਬਾਨ ਨੂੰ ਬਚਾ ਸਕਦੀ ਸੀਗੀ ਜੀ, ਉਹ ਨਿਸਾਬ ਦੇ ਵਿੱਚ ਇਹਨੂੰ ਸ਼ਾਮਲ ਕਰਵਾਉਂਦੀ, ਭਲੇ ਜ਼ਬਰਦਸਤੀ ਕਰਵਾਉਂਦੀ, ਉਹਨੂੰ ਨਿਸਾਬ ਦੇ ਵਿੱਚ ਸ਼ਾਮਲ ਕਰਵਾਉਣਾ ਚਾਹੀਦਾ ਸੀ। ਉਸ ਤੋਂ ਬਾਅਦ ਉਹਨੂੰ ਇਹਦੇ ਵਾਸਤੇ ਫੰਡ ਜਿਹੜੇ ਆ ਉਹ ਰੱਖਣੇ ਚਾਹੀਦੇ ਸੀ, ਜਿਹੜੇ ਪੰਜਾਬੀ ਜ਼ੁਬਾਨ ਤੇ ਫੰਡ ਲੱਗਦੇ, ਉਹਦੇ ਨਾਲ ਪੰਜਾਬੀ ਜ਼ੁਬਾਨ ਦੀਆਂ ਕਿਤਾਬਾਂ, ਪੰਜਾਬੀ ਜ਼ੁਬਾਨ ਦੀ ਸ਼ਾਇਰੀ, ਪੰਜਾਬੀ ਜ਼ੁਬਾਨ ਦੀ ਜਿਹੜੀ ਫਿਲਮ ਇੰਡਸਟਰੀ ਹੈ, ਪੰਜਾਬੀ ਜ਼ੁਬਾਨ ਦਾ ਤੁਸੀਂ ਜਿਹੜਾ ਹੈ ਨਸਰ ਕਹਿ ਲਓ, ਕਹਾਣੀ ਕਹਿ ਲਓ, ਉਹਨੂੰ ਜਿਹੜਾ ਨਾ ਉਹਦੇ ਨਾਲ ਤਾਕਤ ਮਿਲਣੀ ਸੀਗੀ। ਤੇ ਹਕੂਮਤ ਨੇ ਬਿਲਕੁਲ ਹੀ ਹੱਥ ਖਿੱਚ ਲਿਆ। ਆਪ ਦੀ ਮਦਦ ਆਪ ਦੇ ਤਹਿਤ ਜਿਹੜਾ ਉਹ ਜਿੰਨਾ ਕਰ ਸਕਦੇ ਸੀ ਵਿਚਾਰੇ ਉਹਨਾਂ ਨੇ ਕੀਤਾ, ਯਾਨੀ ਬੇਸਹਾਰਾ ਇਹ ਜ਼ੁਬਾਨ ਨੂੰ ਛੱਡ ਦਿੱਤਾ। ਬਿਲਕੁਲ ਇਸੇ ਤਰ੍ਹਾਂ ਜੀ, ਬੇਸਹਾਰਾ ਪੰਜਾਬੀਆਂ ਨੂੰ ਉਹਨਾਂ ਨੇ ਕਈ ਮਾਮਲਿਆਂ ਦੇ ਵਿੱਚ ਛੱਡਿਆ ਬਈ। ਹੁਣ ਤੁਸੀਂ ਫਸਲਾਂ ਵੱਲ ਵੇਖ ਲਓ ਵੀ ਇਹਦੇ ਵਿੱਚ ਉਹਨਾਂ ਨੇ ਟਰੈਕਟਰ ਦੇ ਦਿੱਤੇ। ਉਹ ਟਰੈਕਟਰ ਪਿਛਲੇ ਸਾਲ ਪਤਾ ਨਹੀਂ 1000 ਟਰੈਕਟਰ ਸੀਗਾ, ਹੁਣ 80 ਤੋਂ 85 ਤੋਂ 90 ਲੱਖ ਰੁਪਏ 90 ਲੱਖ ਕਾਸ਼ਤਕਾਰ ਹੈਗਾ ਵਾ ਖੇਤੀ ਕਰਦਾ ਜਿਹੜਾ ਪੰਜਾਬ ਦੇ ਵਿੱਚ, ਤੇ 1000 ਟਰੈਕਟਰ ਉਹ ਕਿਸੇ ਨੂੰ ਆਇਆ ਕਿਸੇ ਨੂੰ ਨਾ ਆਇਆ। ਉਹਦੇ ਵਿੱਚ ਵੀ ਉਹ ਕਹਿੰਦੇ ਉਹਦਾ ਮਟੀਰੀਅਲ ਨਾ ਕਸਾ, ਉਹ ਕੱਲ ਨੂੰ ਵੇਚਣਾ ਚਾਹਵੇ ਕੋਈ ਕਿਸਾਨ, ਉਹ ਵਿਕਦਾ ਨਹੀਂ। ਉਹ ਵੇਖੋ ਜੀ 1% ਵੀ ਨਹੀਂ ਬਣਦਾ ਉਹ ਤੇ। ਇਸੇ ਤਰ੍ਹਾਂ ਜੀ ਫਿਰ ਐਤਕੀ ਕਹਿੰਦੇ ਜੀ 20000 ਟਰੈਕਟਰ ਦੇਣਾ। ਦੇਖੋ ਨਾ ਜੀ, ਜੇ ਖੇਤੀ ਤੁਹਾਡੀ ਸਹੀ ਰੇਟ ਤੇ ਵਿਕੇਗੀ ਨਹੀਂ ਤੇ ਫਾਇਦਾ ਕੋਈ ਨਹੀਂ, ਤੇ ਉਹ ਟਰੈਕਟਰ ਨੂੰ ਕਿਸੇ ਨੇ ਸਿਰ 'ਚ ਮਾਰਨਾ। ਬਿਲਕੁਲ। ਤੇ ਉਹਦੇ ਵਿੱਚ ਇਹ ਦੇਖੋ ਜੀ, ਉਹ ਟਰੈਕਟਰ ਜਿਹੜੇ ਤੁਸੀਂ ਟਰੈਕਟਰਾਂ ਤੇ ਪੈਸਾ ਲਾਇਆ, ਉਹ ਤੁਸੀਂ ਜੇ ਬਿਜਲੀ ਸਸਤੀ ਕਰ ਦਿਓ, ਕਿਸਾਨ ਆਪਦੇ ਖੇਤ ਨੂੰ ਪਾਣੀ ਸਸਤਾ ਲਾ ਲੂਗਾ। ਬਿਲਕੁਲ। ਉਸ ਤੋਂ ਇਲਾਵਾ ਤੁਸੀਂ ਕਿਸਾਨਾਂ ਵਾਸਤੇ ਕੋਈ ਇੱਦਾਂ ਕਹੋ ਕਿ ਯਾਰ ਆਹ ਸ਼ੂਗਰ ਮਿੱਲਾਂ ਜੋ ਇਹਨਾਂ ਦੀਆਂ ਇੰਨੀਆਂ ਹੈਗੀਆਂ, ਤੇ ਇੱਕ ਸ਼ੂਗਰ ਮਿੱਲ ਕਿਸਾਨਾਂ ਨੂੰ ਲਾ ਦੇਣ ਵੀ ਉੱਥੇ ਕਿਸਾਨ ਆਪਦਾ ਗੰਨਾ ਸੁੱਟਣ, ਠੀਕ ਹੈ। ਉੱਥੇ ਜਨਾਬ ਉਹ ਉਹਨਾਂ ਨੂੰ ਚੀਨੀ ਸਸਤੀ ਉੱਥੋਂ ਲੱਭ ਜਾਵੇ, ਉਹਨਾਂ ਨੂੰ ਗੁੜ ਸ਼ੱਕਰ ਉੱਥੋਂ ਸਸਤਾ ਲੱਭ ਜਾਵੇ। ਉਹ ਆਪਦਾ ਕੋਈ ਨਾ ਕੋਈ ਜਿਹੜਾ ਉਹਨਾਂ ਨੂੰ ਪਤਾ ਹੋਵੇ ਵੀ ਯਾਰ ਇਹ ਇੱਕ ਹੈਗਾ ਵਾ ਜਿਹੜਾ ਹਕੂਮਤ ਨੇ ਬਣਾਇਆ ਸਾਡੇ ਕਿਸਾਨਾਂ ਵਾਸਤੇ, ਇਹ ਮਿੱਲ ਆ, ਇੱਥੇ ਸਾਨੂੰ ਰੇਟ ਅੱਛਾ ਮਿਲ ਜਾਏਗਾ, ਸਾਨੂੰ ਅਸਲ ਮੁੱਲ ਸਾਡੀ ਜਿਨਸ ਦਾ ਕੋਈ ਜਿਹੜੀ ਆਟੇ ਵਾਲੀ ਮਿੱਲ ਕੋਈ ਲਾ ਕੇ ਦੇ ਦੇਣ ਕਿਸਾਨਾਂ ਨੂੰ ਕਿ ਆ ਯਾਰ ਕਿਸਾਨ ਜਿਹੜੇ ਨੇ ਫਸਲ ਲਗਾਉਂਦੇ ਨੇ ਉਹਨਾਂ ਨੂੰ ਨੁਕਸਾਨ ਹੁੰਦਾ, ਇੱਥੇ ਆਪਦੀ ਕਣਕ ਸਿੱਟ ਦੇਣ, ਜਦੋਂ ਉਹਨਾਂ ਦੇ ਪੈਸੇ ਪੂਰੇ ਹੁੰਦੇ ਹੋਣ ਉਦੋਂ ਉਹ ਆਪਦਾ ਵੇਚ ਦੇਣ, ਜਾਂ ਆਟਾ ਇੱਥੋਂ ਬਣਵਾ ਕੇ ਲੈ ਜਾਣ, ਜਾਂ ਚੋਕਰ ਆਪਣੇ ਡੰਗਰਾਂ ਨੂੰ ਪਾਣਾ ਉਹਨਾਂ ਨੇ ਉਹ ਲੈ ਜਾਣ, ਸੂਜੀ ਆ, ਮੈਦਾ ਵਾ, ਕਿੰਨੀਆਂ ਚੀਜ਼ਾਂ ਕਣਕ ਵਿੱਚੋਂ ਨਿਕਲਦੀਆਂ। ਸਹੀ। ਤੇ ਲੇਕਿਨ ਕੋਈ ਨਹੀਂ, ਹਕੂਮਤ ਦੀ ਤਾਂ ਇਸ ਪਾਸੇ ਕੁਛ ਕਿਸਾਨ ਜਿਹੜੇ ਉਹ ਢਿੱਲੇ ਹੋ ਗਏ, ਤੇ ਕੁਛ ਹਕੂਮਤ ਜਿਹੜੀ ਆ ਉਹਦੀ ਅੱਖ ਦੇ ਵਿੱਚ ਬਿਲਕੁਲ ਸ਼ਰਮ ਨਹੀਂ ਰਹੀ। ਉਹ ਗੱਲ ਮੈਨੂੰ ਇੱਕ ਉੱਥੋਂ ਯਾਦ ਆ ਗਈ ਬਈ, ਉਹ ਇੱਦਾਂ ਹੀ ਪਿੰਡ ਦਾ ਇੱਕ ਚੌਧਰੀ ਸੀਗਾ, ਤੇ ਹੈ ਉਹ ਚਗਲ ਚੌਧਰੀ ਸੀ। ਅੱਛਾ। ਯਾਨੀ ਕਿ ਚੌਧਰੀ ਹੁੰਦਾ ਚੰਗੀਆਂ ਚੀਜ਼ਾਂ ਨਾਲ, ਤੇ ਉਹ ਇੱਦਾਂ ਹੀ ਚੌਧਰੀ ਬਣਿਆ ਸੀ, ਚਗਲ ਚੌਧਰੀ ਸੀਗਾ। ਤੇ ਉਹਦੇ ਕੋਲ ਮਰਾਸੀ ਆ ਗਿਆ ਇੱਕ, ਤੇ ਉਹਨੇ ਕਿਹਾ ਵੀ ਚੌਧਰੀ ਸਾਹਿਬ ਆਹ ਜਿਹੜਾ ਨਾ ਤੁਸੀਂ ਮਾਸ਼ਾਅੱਲਾ ਰੰਗ ਲੱਗੇ ਆ ਸਾਰੇ, ਤੇ ਥੋੜਾ ਜਿਹਾ ਮੈਨੂੰ ਵੀ ਮਸਲਾ ਮਸੈਲ ਹੈਗਾ ਵਾ, ਤੇ ਮੌਸਮ ਵੀ ਅੱਜ ਉਦਾਂ ਦਾ, ਤੇ ਮੈਨੂੰ ਇੱਥੋਂ ਥੋੜੇ ਜਿਹੇ ਪੱਠੇ ਵਢਾ ਦਿਓ। ਅੱਛਾ। ਉਹਨੇ ਕਿਹਾ ਵੀ ਚੌਧਰੀ ਹੁਣ ਹੈ ਚਗਲ ਚੌਧਰੀ ਸੀਗਾ, ਉਹਨੇ ਅੱਗੋਂ ਉਹਨੂੰ ਬੁਝਾਰਤ ਪਾਤੀ, ਕਹਿੰਦਾ ਵੀ ਮਰਾਸੀ ਗੱਲ ਇਹ ਆ ਵੀ ਪੱਠਿਆਂ ਦੀ ਤਾਂ ਗੱਲ ਕੋਨੀ, ਤੇ ਮੈਂ ਤੈਨੂੰ ਇੱਕ ਨਾ ਗੱਲ ਤੂੰ ਬੁੱਝ ਜਾਵੇਂ ਨਾ, ਬੁਝਾਰਤ ਪਾਣਾ ਤੈਨੂੰ, ਜੇ ਤੂੰ ਗੱਲ ਬੁੱਝ ਗਿਆ ਨਾ ਤੇ ਫਿਰ ਮੈਂ ਤੈਨੂੰ ਪੱਠੇ ਦੇ ਦਾਂਗੇ, ਨਹੀਂ ਤਾਂ ਤੂੰ ਛੁੱਟੀ ਮਾਰ। ਅੱਛਾ। ਉਹਨੇ ਕਿਹਾ ਵੀ ਠੀਕ ਆ, ਬੁਝਾਰਤ ਪਾ ਲਓ, ਜੇ ਮੈਂ ਬੁੱਝ ਗਿਆ ਤੇ ਮੈਂ ਵੜ ਲਾਂਗਾ ਪੱਠੇ। ਹੁਣ ਉਹ ਚੌਧਰੀ ਉਹਨੂੰ ਕਹਿੰਦਾ ਵੀ ਤੈਨੂੰ ਪਤਾ ਵੀ ਮੈਂ ਪਿਛਲੇ 5-7 ਦਿਨ ਇੱਥੇ ਕੋਈ ਨਹੀਂ ਸੀ। ਉਹ ਕਹਿੰਦਾ ਹਾਂ ਮੈਨੂੰ ਪਤਾ ਵੀ ਚੌਧਰੀ ਸਾਹਿਬ ਇੱਥੇ ਕੋਈ ਨਹੀਂ ਸੀ। ਮੈਂ ਕਹਿੰਦਾ ਗਿਆ ਸੀ ਲਾਹੌਰ। ਅੱਛਾ। ਤੇ ਮੈਂ ਨਾ ਅੱਖ ਨਵੀਂ ਲਵਾਈ, ਪਹਿਲੀ ਅੱਖ ਮੇਰੀ ਖਰਾਬ ਹੋ ਗਈ ਸੀ, ਬਿਲਕੁਲ ਦਿਸਣਾ ਬੰਦ ਹੋ ਗਿਆ ਸੀ, ਤੇ ਅੱਖ ਹੁਣ ਮੈਂ ਨਵੀਂ ਲਵਾਈ ਹੈ। ਸਹੀ। ਤੇ ਤੂੰ ਮੈਨੂੰ ਇਹ ਦੱਸ, ਬੁਝਾਰਤ ਤੇਰੇ ਅੱਗੇ ਇਹ ਆ ਵੀ ਇਹ ਮੈਂ ਦੋਵਾਂ ਦੇ ਵਿੱਚੋਂ ਕਿਹੜੀ ਅੱਖ ਨਵੀਂ ਲਵਾਈ? ਅੱਛਾ। ਉਹ ਮਰਾਸੀ ਨੇ ਝਟਕ ਉਹਦੇ ਮੂੰਹ ਵੱਲ ਵੇਖਿਆ ਗੌਰ ਨਾਲ, ਤੇ ਫਿਰ ਕਹਿੰਦਾ ਵੀ ਆ ਖੱਬੀ ਅੱਖ ਜਿਹੜੀ ਨਾ ਚੌਧਰੀ ਸਾਹਿਬ ਇਹ ਲਵਾਈ, ਇਹ ਤੁਸੀਂ ਨਵੀਂ ਲਵਾਈ। ਉਹ ਕਹਿੰਦਾ ਬੱਲੇ ਬੱਲੇ ਬੱਲੇ, ਆ ਫੜ 500 ਰੁਪਈਆ,
ਸਹੀ ਤੂੰ ਜਵਾਬ ਦਿੱਤਾ ਤੇ ਪੱਠੇ ਵੀ ਵੜ ਲਾ। ਅੱਛਾ, ਹੁਣ ਤੂੰ ਸਿਰਫ ਮੈਨੂੰ ਇੰਨਾ ਦੱਸ ਵੀ ਇਹ ਤੂੰ ਅੱਖ ਪਛਾਣੀ ਕਿੱਦਾਂ? ਕਹਿੰਦਾ ਚੌਧਰੀ ਸਾਹਿਬ ਇਹਦੇ ਵਿੱਚ ਮੈਨੂੰ ਮਾੜੀ ਮੋਟੀ ਸ਼ਰਮ ਨਜ਼ਰ ਆਈ। ਅੱਛਾ, ਨਵੀਂ ਕਰਕੇ ਕਹਿੰਦਾ ਨਵੀਂ ਅੱਗ ਵਾਲੀ ਤਾਂ ਤੇਰੀਆਂ ਤਾਂ ਦੋਵਾਂ ਸ਼ਰਮ ਕੋਈ ਨਹੀਂ ਸੀ, ਇਹਦੇ ਵਿੱਚ ਕਹਿੰਦਾ ਮੈਨੂੰ ਮਾੜੀ ਮੋਟੀ ਸ਼ਰਮ ਨਜ਼ਰ ਆਈ ਆ। ਇਸੇ ਤਰ੍ਹਾਂ ਹਕੂਮਤ ਨੂੰ ਕੋਈ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ, ਇਹਨਾਂ ਦੀਆਂ ਵੀ ਨਵੀਆਂ ਅੱਖਾਂ ਲਵਾਉਣੀਆਂ ਚਾਹੀਦੀਆਂ। ਬਿਲਕੁਲ, ਇਹਨਾਂ ਦੀਆਂ ਨਵੀਆਂ ਅੱਖਾਂ ਲਵਾਉਣੀਆਂ ਚਾਹੀਦੀਆਂ ਵੀ ਸਾਡੇ ਕਿਸਾਨਾਂ ਤੇ ਵੀ ਕੋਈ ਰਹਿਮ ਕਰੋ, ਕੋਈ ਪੰਜਾਬ ਤੇ ਨਿਚਲੇ ਰਹਿਮ ਕਰੋ। ਤਬਕੇ ਵੱਲ ਕੋਈ ਨਜ਼ਰ ਨਹੀਂ ਕਿਸੇ ਦੀ, ਕੋਈ ਨਹੀਂ, ਕਿਸੇ ਸਰਕਾਰ ਦੀ ਕੋਈ ਨਜ਼ਰ ਨਹੀਂ। ਅਮੀਰ ਜਿਹੜਾ ਉਹ ਹੋਰ ਅਮੀਰ ਹੋਇਆ ਜਾਂਦਾ, ਗਰੀਬ ਜਿਹੜਾ ਉਹਦੀ 2 ਟਾਈਮ ਦੀ ਰੋਟੀ ਜਿਹੜੀ ਉਹਨੂੰ ਔਖੀ ਹੋਈ ਖੜੀ ਆ। ਬਿਜਲੀ ਦੇ ਬਿੱਲਾਂ ਤੋਂ ਹੀ ਨਹੀਂ ਜਾਨ ਛੁੱਟਦੀ, ਹੋਰ ਤਾਂ ਕੁਛ ਹੋਵੇ ਨਾ ਹੋਵੇ। ਅੱਛਾ ਭਾਜੀ, ਜਿੱਦਾਂ ਚੜ੍ਹਦੇ ਪੰਜਾਬ ਵੱਲ ਇੱਕ ਮੁੱਦਾ ਉੱਠਿਆ ਸੀਗਾ, ਇੱਕ ਬਿੱਲ ਦਾ ਇਸ਼ੂ ਬਣਿਆ ਸੀ ਤੇ ਉਹ ਕਿਸਾਨਾਂ ਦੀ ਇੱਕ ਆਖ ਸੀਗੀ, ਉਹ ਕਹਿੰਦੇ ਸੀਗੇ ਕਿ ਸਾਡੀ ਜਿਹੜੀ ਫਸਲ ਆ ਉਹਦੀ ਇੱਕ ਮਿਨੀਮਮ ਸੈਲਿੰਗ ਪ੍ਰਾਈਸ ਤੁਸੀਂ ਨਾ ਫਿਕਸ ਕਰ ਦਿਓ, ਐਡਜਸਟ ਕਰ ਦਿਓ। ਸਾਨੂੰ ਪਤਾ ਹੋਵੇ ਕਿ ਸਾਡੀ ਜਿਹੜੀ ਫਸਲ ਆ ਜਦੋਂ ਇਹ ਅਸੀਂ ਵੇਚਣੀ ਮਾਰਕੀਟ ਜਾ ਕੇ ਤੇ ਇਹਦਾ ਰੇਟ ਕੀ ਹੋਊਗਾ। ਜੇ ਐਵੇਂ ਦੀ ਕੋਈ ਪਾਲਿਸੀ ਬਣ ਜਾਵੇ ਪੰਜਾਬ ਲਈ ਤੇ ਉਹ ਕਿੰਨੀ ਮੁਫੀਦ ਸਾਬਤ ਹੋਏਗੀ? ਉਹ ਬਹੁਤ ਮੁਫੀਦ ਸਾਬਤ ਹੋਏਗੀ, ਲੇਕਿਨ ਉਹਦੇ ਵਿੱਚ ਇਹ ਆ ਕਿ ਇੱਕ ਅਫਸੋਸ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿ ਇੰਡੀਆ ਦੇ ਵਿੱਚ ਯਾਨੀ ਕਿ ਚੜ੍ਹਦਾ ਪੰਜਾਬ ਜਿਹੜਾ, ਉਹਦੇ ਵਿੱਚ ਕਮ ਅਜ਼ ਕਮ 20 ਤੋਂ 22 ਫਸਲਾਂ ਐਸੀਆਂ ਨੇ, ਮੈਨੂੰ ਹੁਣ ਸਹੀ ਉਹਦੀ ਗਿਣਤੀ ਨਹੀਂ ਯਾਦ, ਕੋਈ ਕਿਸੇ ਦੋਸਤ ਨੂੰ ਪਤਾ ਵਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਇਹਦੀ ਦਰੁਸਤਗੀ ਕਰ ਦੇਵੇ ਕਿ 20 ਤੋਂ 22 ਫਸਲਾਂ ਨੇ ਜਿਨ੍ਹਾਂ ਦਾ ਸਰਕਾਰ ਰੇਟ ਮੁਕਰਰ ਕਰਦੀ ਹੈ ਕਿ ਇਸ ਰੇਟ ਤੋਂ ਇਹ ਫਸਲ ਥੱਲੇ ਨਹੀਂ ਜਾਣੀ। ਹਾਂਜੀ, ਸਾਡੇ ਕੋਲ ਉਹਨਾਂ ਫਸਲਾਂ ਦੀ ਮੱਧ ਦੇ ਵਿੱਚ ਕੱਲੀ ਕਣਕ ਸੀ। ਸਹੀ ਹੈ, ਤੇ ਉਹ ਵੀ ਹਕੂਮਤ ਨੇ ਪਿਛਲੇ 2 ਸਾਲ ਤੋਂ ਉਹਦੀ ਖਰੀਦ ਬੰਦ ਕਰ ਦਿੱਤੀ। ਯਾਨੀ ਕਿ ਹੁਣ ਸਾਡੇ ਕੋਲ ਕੋਈ ਐਸੀ ਜਿਨਸ ਨਹੀਂ ਹੈਗੀ ਜਿਹੜੀ ਸਰਕਾਰ ਰੇਟ ਤੇ ਵਿਕਦੀ ਹੋਵੇ। ਉਹ ਵੀ ਤਾਂ ਯਾਰ ਜ਼ਿੰਦਗੀ ਗੁਜ਼ਾਰਨ ਹੀ ਰਹੇ ਨੇ ਨਾ। 20-22 ਫਸਲਾਂ ਦੇ ਰੇਟ ਸਰਕਾਰ ਮੁਕਰਰ ਕਰਦੀ ਆ, ਅੱਛੇ ਰੇਟ ਤੇ ਵਿਕਦੀਆਂ ਨੇ। ਉਹ ਸਰਕਾਰ ਜਿਹੜਾ ਰੇਟ ਮੁਕਰਰ ਕਰਦੀ ਆ ਉਹਦੇ ਵਿੱਚ ਸਭ ਤੋਂ ਅੱਛੀ ਗੱਲ ਇਹ ਆ ਕਿ ਜਿਹੜਾ ਬੰਦਾ ਉਹ ਖੇਤੀ ਲਾ ਰਿਹਾ ਨਾ, ਉਹਨੂੰ ਪਤਾ ਹੁੰਦਾ ਵਾ ਕਿ ਇਹਦਾ ਸਰਕਾਰੀ ਰੇਟ ਆ ਵਾ, ਇੰਨੀ ਇਹਦੇ ਵਿੱਚੋਂ ਮੈਂ ਤਕਰੀਬਨ ਪੈਦਾਵਾਰ ਲੈ ਲੈਣੀ ਆ ਤੇ ਮੈਨੂੰ ਪਤਾ ਚੱਲ ਜਾਏਗਾ ਵੀ ਇਹਦੇ ਵਿੱਚ ਮੈਨੂੰ ਨਫਾ ਵਾ ਕਿ ਨੁਕਸਾਨ। ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਆਹ ਜਿਹੜੀ ਫਸਲ ਅਸੀਂ ਗੱਡਣ ਡਏ ਆ ਇਹ ਮਣ 5000 ਦਾ ਵਿਕਣਾ ਵਾ ਕਿ ਮਣ 500 ਦਾ ਵਿਕਣਾ। ਬਿਲਕੁਲ, ਇਹ ਤੇ ਜੂਆ ਹੀ ਹੁੰਦਾ ਭਾਜੀ। ਬਿਲਕੁਲ, ਇਹ ਜੂਆ ਜੀ ਲੱਗ ਗਿਆ। ਜੇ ਫਸਲ ਉਹਦੀ ਪੈਦਾਵਾਰ ਘੱਟ ਆਈ ਤੇ ਰੇਟ ਚੜ ਜਾਏਗਾ, ਜਾਂ ਥੋੜੇ ਲੋਕਾਂ ਨੇ ਲਾਈ ਤੇ ਉਹਦਾ ਰੇਟ ਚੜ ਜਾਏਗਾ, ਨਹੀਂ ਤਾਂ ਉਹ ਨੁਕਸਾਨ ਦੇ ਵਿੱਚ ਹੀ ਆ। ਤੇ ਉਹਨਾਂ ਨੇ ਉਦੋਂ ਆਪਣੇ ਮੁਤਾਲਬੇ ਮਨਵਾ ਲਏ ਸੀ, ਅਸੀਂ ਨਹੀਂ। ਸਾਡੀ ਉਹ ਇੱਕ ਜਿਹੜੀ ਫਸਲ ਵਿਕਦੀ ਸੀ ਸਰਕਾਰ ਦੇ ਰੇਟ ਤੇ, ਉਹ ਵੀ ਗਈ ਤੇ ਬਾਕੀ ਹੋਰ ਸਰਕਾਰ ਨੇ ਸਾਡੇ ਵਾਸਤੇ ਕੀ ਕਰਨਾ। ਬਿਲਕੁਲ, ਉਹ ਜਿਹੜਾ ਵਾ ਸੂਰਤ ਹਾਲ ਖਰਾਬ ਹੀ ਨਜ਼ਰ ਆ ਰਹੀ ਆ, ਬਲਕਿ ਇਹਦੇ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ। ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਲੋਕਾਂ ਦਾ ਵੀ ਯਾਨੀ ਕਿ ਹੱਥ ਹੈਗਾ ਵਾ ਕਿ ਜਿਵੇਂ ਉਧਰ ਦੇ ਪੰਜਾਬੀ ਜਿਹੜੇ ਸਾਡੇ ਭਰਾ ਨੇ ਉਹ ਇਕੱਠ ਜੋੜ ਨਾਲ ਬੈਠੇ, ਉਹਨਾਂ ਨੇ ਆਪ ਦੀ ਗੱਲ ਮਨਵਾਈ। ਸਾਡੇ ਪੰਜਾਬੀ ਨਹੀਂ ਮੈਂ ਕਦੇ ਨਿਕਲਦੇ ਵੇਖੇ, ਇਹਨਾਂ ਨੇ ਕਦੇ ਨਹੀਂ ਯਕਜਹਿਤੀ ਨਾਲ ਮੁਜ਼ਾਹਰਾ ਕੀਤਾ। ਪੰਜਾਬੀ ਬਿਲਕੁਲ ਨਹੀਂ ਨਿਕਲਦੇ। ਇਹਨਾਂ ਨੂੰ ਜਦੋਂ ਵੀ ਕੱਢਦੇ ਨੇ ਕਿਸਾਨ ਇਤਿਹਾਦ ਵਾਲੇ ਕੱਢਦੇ ਨੇ। ਕਿਸਾਨ ਇਤਿਹਾਦ ਵਾਲੇ ਅੱਗੇ ਜਿਹੜੇ ਉਹ ਵੱਡੇ 2-4 ਬਾਗੜ ਬਿੱਲੇ ਹੈਗੇ ਉਹਨਾਂ ਨੂੰ ਮੁੱਕ ਮਕਾ ਹਕੂਮਤ ਨਾਲ ਕਰ ਲੈਂਦੇ ਤੇ ਬਾਕੀ ਡਾਂਗਾ ਚੱਲ ਕੇ ਵਾਪਸ ਆ ਜਾਂਦੇ। ਸਹੀ ਹੈ, ਤੇ ਕਿਤੇ ਬਹਿਣ ਤੇ ਆਪਦੇ ਮੁਤਾਲਬਾਤ ਜਿਹੜੇ ਆ ਸਹੀ ਤਰ੍ਹਾਂ ਮਨਵਾਣ, ਉਹ ਹਕੂਮਤ ਮੰਨੇਗੀ ਵੀ। ਤੇ ਜੇ ਵਿੱਚੋਂ ਚੱਟੀ ਲੈ ਕੇ ਵਾਪਸ ਆ ਜਾਣਾ ਵਾ ਤੇ ਚੀਜ਼ਾਂ ਉੱਥੇ ਦੀਆਂ ਉੱਥੇ ਹੀ ਰਹਿਣੀਆਂ ਵਾ, ਉਹਨਾਂ ਦੇ ਵਿੱਚ ਕੋਈ ਬਿਹਤਰੀ ਆਉਣੀ ਕੋਈ ਨਹੀਂ। ਬਿਲਕੁਲ ਤੇ ਜ਼ਾਹਰ ਆ ਫਿਰ ਉਦਾਂ ਹੀ ਸੁੱਕੇ ਤੇ ਹੀ ਰਹਿਣਾ ਕੰਮ ਸਾਰਾ। ਹਾਂਜੀ, ਵੇਖੋ ਜੀ, ਇhtਜਾਜ ਕਰਨਾ ਉਹ ਸਾਡਾ ਹੱਕ ਆ। ਸਾਨੂੰ ਅਗਰ ਲੱਗਦਾ ਕਿ ਸਾਡੇ ਮੁਲਕ 'ਚ ਸਾਡੇ ਨਾਲ ਕਿਤੇ ਨਾਇਨਸਾਫੀ ਹੋ ਰਹੀ ਆ, ਅਸੀਂ ਉੱਥੇ ਪੁਰਅਮਨ ਇhtਜਾਜ ਕਰ ਸਕਦੇ ਹਾਂ। ਅਸੀਂ ਜਾ ਕੇ ਆਪਦੀ ਗੱਲ ਸਰਕਾਰਾਂ ਅੱਗੇ ਰੱਖ ਸਕਦੇ ਹਾਂ ਕਿ ਸਾਡੇ ਨਾਲ ਇੱਥੇ ਜ਼ੁਲਮ ਕੀਤਾ ਜਾ ਰਿਹਾ, ਸਾਡੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਆ, ਸਾਡੀ ਗੱਲ ਨੂੰ ਸੁਣੋ ਤੇ ਸਾਡੇ ਨਾਲ ਇਨਸਾਫ ਕਰੋ। ਇਹਦੇ ਵਿੱਚ ਕੋਈ ਗਲਤ ਗੱਲ ਤਾਂ ਨਹੀਂ ਹੈਗੀ ਭਾਜੀ? ਕੋਈ ਗਲਤ ਗੱਲ ਨਹੀਂ। ਜਿਵੇਂ ਉਹ ਵੀਡੀਓ ਦੀ ਆਪਾਂ ਗੱਲ ਕਰ ਰਹੇ ਸੀ ਕੂੜੇ ਵਾਲੀ, ਸਾਡੇ ਬੇਟਾ ਪਿੰਡ ਵਿੱਚ ਢੇਰ ਲਾਇਆ ਜਾ ਰਿਹਾ ਗੰਦ ਆ ਬੜਾ ਵੱਡਾ, ਤੇ ਜਦੋਂ ਮੈਂ ਉੱਤੇ ਵੀਡੀਓ ਬਣਾਈ ਤੇ ਮੈਨੂੰ ਬੜੇ ਲੋਕਾਂ ਨੇ ਆਖਿਆ ਕਿ ਤੈਨੂੰ ਚੱਕ ਕੇ ਲੈ ਜਾਣਗੇ। ਮੈਂ ਕਿਹਾ ਜੀ ਮੈਂ ਇਹ 'ਚ ਕਿਹੜੀ ਗਲਤ ਗੱਲ ਕੀਤੀ ਆ? ਬਿਲਕੁਲ, ਮੈਂ ਗੱਲ ਇਹ ਕਰ ਰਿਹਾ ਕਿ ਸਾਡੇ ਪਿੰਡ ਵਿੱਚ ਇਹਨਾਂ ਨੇ ਲਿਆ ਕੇ ਗੰਦ ਛੱਡ ਦਿੱਤਾ, ਇੱਥੇ ਲੋਕ ਵਸਦੇ ਆ, ਇਹਦੀ ਬਦਬੂ ਨਾ ਜਾਣਦੇ ਹੀ ਆ, ਤੇ ਇਹਦੇ ਬਾਰੇ ਕਿਸੇ ਨੇ ਸੋਚਿਆ ਨਹੀਂ, ਕੋਈ ਪੁੱਛਣ ਦੱਸਣ ਨਾਲ ਨਹੀਂ ਹੈ ਸਰਕਾਰਾਂ ਨੂੰ। ਜਿਵੇਂ ਕਿਸੇ ਦਿਲ ਕੀਤੀ ਜਾਂਦਾ ਕਰੀ ਜਾ ਰਹੇ ਆ, ਤੇ ਉਹ ਯਾਨੀ ਕਿ ਲੋਕਾਂ ਦਾ ਇੱਕ ਨਾ ਮਾਈਂਡ ਸੈਟ ਗਲਤ ਆ। ਲੋਕ ਡਰਦੇ ਆ ਇਸ ਚੀਜ਼ ਨੂੰ ਲੈ ਕੇ ਕਿ ਪਤਾ ਨਹੀਂ ਹੱਕ ਦੀ ਗੱਲ ਕਰਨ ਦੇ ਨਾਲ ਵੀ ਤੁਹਾਨੂੰ ਕੋਈ ਚੱਕ ਕੇ ਲੈ ਜਾਊਗਾ। ਨਹੀਂ ਜੀ, ਇਹਦੇ ਵਿੱਚ ਵੀ ਮਸਲੇ ਮਸਾਇਲ ਆਏ ਨੇ। ਬੋਲਣ ਦਾ ਹੱਕ ਵੀ ਤਕਰੀਬਨ ਉਹ ਖੋਈ ਖੜੇ ਆ ਸਾਡੇ ਤੋਂ, ਤੇ ਉਹ ਸਜ਼ਾ ਦੇ ਦਿੰਦੇ ਨੇ ਜੀ ਐਵੇਂ ਜਿਹਨੂੰ ਦਿਲ ਕਰਦਾ ਚੱਕ ਲੈਣ, ਜੋ ਮਰਜ਼ੀ ਕਰ ਲੈਣ। ਤੇ ਇਹ ਡਰ ਕੇ ਬਹਿਣਾ ਤੇ ਕੋਈ ਗੱਲ ਡਰਨਾ ਤਾਂ ਨਹੀਂ ਚਾਹੀਦਾ। ਦੇਖੋ ਜੀ, ਆਪਣੀ ਤੁਸੀਂ ਆਪਣੇ ਹਿੱਸੇ ਦੀ ਆਵਾਜ਼ ਉਠਾਓ, ਬਿਲਕੁਲ ਉਠਾਣੀ ਚਾਹੀਦੀ ਆ। ਲੇਕਿਨ ਜ਼ਿਆਦਾ ਲੋਕ ਅਕਸਰੀਅਤ ਨਾਲ ਜਿਹੜੇ ਹਾਲਾਤ ਹੋਏ ਨੇ ਨਾ, ਪੁਰਅਮਨ ਇhtਜਾਜ ਲੋਕ ਕਰਦੇ ਵੀ ਆ, ਲੇਕਿਨ ਉਹਨੂੰ ਹਕੂਮਤ ਹੀ ਨਹੀਂ ਪੁਰਅਮਨ ਰਹਿਣ ਦਿੰਦੀ। ਉਹਨਾਂ ਤੇ ਜਦੋਂ ਤੁਸੀਂ ਡਾਂਗਾ ਵਸਾਉਂਦੇ ਹੋ, ਉਹ ਉੱਥੇ ਭਗਦੜ ਮੱਚ ਜਾਂਦੀ ਹੈ। ਲੋਕ ਆਪਦੇ ਘਰਾਂ ਨੂੰ ਭੱਜ ਪੈਂਦੇ ਨੇ, ਕੋਈ ਜ਼ਖਮੀ ਹੋ ਗਏ, ਕੋਈ ਕੀ ਮਸਲਾ ਬਣ ਗਿਆ, ਕੋਈ ਕੀ ਬਣ ਗਿਆ। ਉਹਦੇ ਵਿੱਚ ਜਦੋਂ ਹਕੂਮਤ ਨੇ ਨਹੀਂ ਉਹਨੂੰ ਪੁਰਅਮਨ ਰਹਿਣ ਦੇਣਾ, ਫਿਰ ਉਹਨਾਂ ਨੇ ਕਹਿ ਦੇਣਾ ਜੀ ਇਹ ਇੰਤਸ਼ਾਰ ਕਰਨ ਆਏ ਸੀਗੇ, ਹਾਲਾਂਕਿ ਉਹ ਆਪਦੇ ਹੱਕ ਲਈ
ਆਵਾਜ਼ ਉਹਨਾਂ ਨੇ ਚੁੱਕੀ ਆ ਤੇ ਉਹਨਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਵਾ। ਉਹਨਾਂ ਦਾ ਜੋ ਵੀ ਉਜਾਲਾ ਹੋ ਸਕਦਾ ਉਹ ਕਰਨਾ ਚਾਹੀਦਾ। ਦੇਖੋ ਜੀ, ਇਹ ਅਸੀਂ ਕਹਾਣੀਆਂ ਫਿਲਮਾਂ 'ਚ ਵੇਖਦੇ ਹੁੰਦੇ ਸੀ ਕਿ ਸਰਕਾਰਾਂ ਜਿਹੜੀਆਂ ਵਾ ਉਹ ਆਪਦੀ ਆਵਾਮ ਨਾਲ ਆਪਦੀ ਰਾਇਆ ਨਾਲ ਜ਼ੁਲਮ ਜਾਤੀ ਕਰਦੀਆਂ। ਬਿਲਕੁਲ ਐਵੇਂ ਕਿ ਉਹ ਜਦੋਂ ਕੋਈ ਇhtਜਾਜ ਲਈ ਉੱਠਦਾ ਜਾਂ ਕੋਈ ਆਪਦੀ ਆਵਾਜ਼ ਲੈ ਕੇ ਉੱਠਦਾ ਵਾ, ਸਰਕਾਰਾਂ ਉਹਦੀ ਆਵਾਜ਼ ਨੂੰ ਉਹਦੀ ਗੱਲ ਨੂੰ ਮੈਨੀਪੂਲੇਟ ਕਰਕੇ ਇੱਕ ਗਲਤ ਸ਼ਕਲ ਦੇ ਦਿੰਦੀਆਂ। ਉਹ ਕਹਿੰਦੇ ਜੀ ਇਹ ਦਹਿਸ਼ਤਗਰਦ ਆ, ਇਹ ਫਸਾਦ ਕਰਨ ਲਈ ਖੜੇ ਹੋਏ ਆ, ਇਹ ਆਪਦੇ ਹੱਕ ਲੈਣ ਲਈ ਨਹੀਂ ਖੜੇ ਹੋਏ, ਮੁਲਕ ਵਿੱਚ ਫਸਾਦ ਕਰਨ ਲਈ ਖੜੇ ਹੋਏ ਆ। ਤੇ ਇਦਾਂ ਨਹੀਂ ਕਰਨਾ ਚਾਹੀਦਾ। ਦੇਖੋ ਸਾਰੇ ਹੈਗੇ ਤੇ ਇਨਸਾਨ ਆ ਤੇ ਐਂਡ ਜਿਹੜੀ ਮੌਤ ਆ ਹਰ ਇਨਸਾਨ ਨੂੰ। ਬਿਲਕੁਲ ਜੀ। ਤੇ ਬੰਦਾ ਇੱਥੇ ਕਿੰਨਾ ਕੀ ਖਾ ਲੂਗਾ, ਆਖਰ ਜਾਣਾ ਕਬਰ 'ਚ ਹੀ ਹੈ ਸਾਰਿਆਂ ਨੇ। ਤੇ ਇਨਸਾਨਾਂ ਨੂੰ ਸੋਚਣਾ ਚਾਹੀਦਾ, ਸਾਡੀਆਂ ਸਰਕਾਰਾਂ ਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਆ ਕਿ ਕਿਸੇ ਮਾੜੇ ਬੰਦੇ ਦਾ ਹੱਕ ਖਾ ਕੇ, ਕਿਸੇ ਮਾੜੇ ਬੰਦੇ ਨੂੰ ਰੋਟੀ ਤੋਂ ਦੂਰ ਕਰਕੇ ਤੁਸੀਂ ਕਿੰਨਾ ਕੀ ਰਾਜੋਗੇ ਤੇ ਕਿੰਨਾ ਕੀ ਅੱਗੇ ਚਲੇ ਜਾਓਗੇ, ਜਾਣਾ ਕਬਰ 'ਚ ਹੀ ਭਾਜੀ। ਬਿਲਕੁਲ ਇਸੇ ਤਰ੍ਹਾਂ ਜੀ। ਹੋਰ ਤੁਸੀਂ ਗੱਲ ਕਰ ਰਹੇ ਸੀਗੇ ਕਿ ਫਸਲ ਜਿਹੜੀ ਸਾਡੀ ਆ ਯਾਨੀ ਕਿ ਵਾਹੀ ਆ, ਇਹ 'ਚ ਬੜੀ ਕਮੀ ਆਈ ਆ ਪਿਛਲੇ ਸਾਲਾਂ ਵਿੱਚ। ਇਹਦੇ ਵਿੱਚ ਵੀ ਤੇ ਫਿਰ ਸਰਕਾਰਾਂ ਦਾ ਬੜਾ ਹੱਥ ਆ ਨਾ ਕਿ ਉਹਨਾਂ ਨੇ ਆਵਾਮ ਨੂੰ ਉਹ ਰੇਟ ਨਹੀਂ ਦਿੱਤੇ ਜਿਹੜਾ ਆਵਾਮ ਦਾ ਬਣਦਾ ਸੀਗਾ, ਫਰਜ਼ ਬਣਦਾ ਸੀਗਾ, ਉਹ ਆਵਾਮ ਨੂੰ ਪੈਸੇ ਨਹੀਂ ਮਿਲੇ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ 4-5 ਦਿਨ ਪਹਿਲੇ ਮੈਂ ਟੀਵੀ ਦੇਖ ਰਿਹਾ ਸੀ ਤੇ ਉੱਥੇ ਨਾ ਇੱਕ ਲਿਸਟ ਆ ਰਹੀ ਸੀਗੀ। ਜ਼ਾਹਰ ਆ ਹੁਣ ਬਾਰਿਸ਼ਾਂ ਹੋਈਆਂ ਨੇ ਨਾ, ਤਾਂ ਹਬਸ ਹੋਇਆ ਤੇ ਸਬਜ਼ੀਆਂ ਨੂੰ ਬੜਾ ਨੁਕਸਾਨ ਹੋਇਆ, ਸਬਜ਼ੀਆਂ ਦੀ ਫਸਲ। ਸਹੀ ਹੈ। ਉੱਥੇ ਸੁਰਖੀ ਆ ਰਹੀ ਸੀਗੀ ਬਈ ਖਬਰਾਂ ਤੇ ਚੱਲਣ ਡਈ ਆ ਵੀ ਭਿੰਡੀ ਦਾ ਸਰਕਾਰੀ ਰੇਟ ਉਹਨਾਂ ਨੇ 180 ਰੁਪਏ ਕਰਤਾ, ਸ਼ਲਜਮ ਦਾ ਸਰਕਾਰੀ ਰੇਟ ਉਹਨਾਂ ਨੇ 75 ਰੁਪਏ ਕਰਤਾ, ਕੱਦੂ ਦਾ ਸਰਕਾਰੀ ਰੇਟ ਉਹਨਾਂ ਨੇ 120 ਰੁਪਏ ਕਰ ਦਿੱਤਾ, ਟਮਾਟਰ ਦਾ ਸਰਕਾਰੀ ਰੇਟ ਉਹਨਾਂ ਨੇ 200 ਰੁਪਏ ਕਰ ਦਿੱਤਾ। ਇਹ ਸਰਕਾਰ ਦੇਖੋ ਨਾ, ਇਹ ਹੁਣ ਭੱਜ ਕੇ ਰੇਟ ਮੁਕਰਰ ਕਰਨ ਆ ਗਏ। ਜੇ ਕਿਸੇ ਨੇ ਗ੍ਰੀਨ ਸ਼ੀਟ ਲਾਈ ਆ ਕਿਸੇ ਕਿਸਾਨ ਨੇ, ਜਾਂ ਕਿਸੇ ਕਿਸਾਨ ਨੇ ਉਹ ਕੋਈ ਨਾ ਕੋਈ ਸੱਦੇਬਾਬ ਕਰਕੇ ਕਿਸੇ ਨਾ ਕਿਸੇ ਇਹਤਿਆਤ ਨਾਲ ਆਪਦੀ ਸਬਜ਼ੀ ਨੂੰ ਬਚਾ ਲਿਆ ਤੇ ਹੁਣ ਉਹਨੂੰ ਰੇਟ ਬਹੁਤਾ ਲੱਭਣ ਲੱਗ ਪਿਆ ਤੇ ਇਹਨਾਂ ਦੇ ਢਿੱਡ ਦੇ ਵਿੱਚ ਪੀੜ ਪੈ ਗਈ। ਜਦੋਂ ਉਸ ਕਿਸਾਨ ਨੇ 5 ਕਿਲੋ ਵਾਲਾ ਕੱਦੂ ਦਾ ਛਾਪਰ 20 ਰੁਪਏ ਦਾ ਵੇਚਿਆ, ਜਦੋਂ ਇੱਕ ਕਿਸਾਨ ਨੇ ਬੂਰੇ ਵਾਲਾ ਪਿਛਲੇ ਦਿਨਾਂ ਉਹਨੇ ਆਪਣਾ ਜਿਹੜਾ ਹੈ ਉਹ ਪਾਕਿਸਤਾਨ ਦਾ ਪੇਜ ਬਣਾਇਆ ਹੋਇਆ, ਜਿਹਨੇ ਕੀ ਉਹਦਾ ਨਾਮ ਆ ਸ਼ਾਮੀ, ਯਾਸਰ ਸ਼ਾਮੀ, ਉਹਨੇ ਵੀ ਖਬਰ ਲਾਈ ਸੀ ਵੀ ਬੂਰੇ ਵਾਲੇ ਦਾ ਇੱਕ ਕਿਸਾਨ ਆ ਤੇ ਉਹਨੇ ਭਰੀ ਗੱਡੀ ਆਪਣੀ ਗੋਭੀ ਦੀ ਜਿਹੜੀ ਆ ਨਾ ਉਹ ਮੁਫਤ ਵੰਡ ਦਿੱਤੀ ਵੀ ਉਹ ਸਾਰੀ ਵਟਕ ਉਹਨੂੰ ਜਿਹੜਾ ਖਰਚੇ ਪਾਣੀ ਕੱਢ ਕੇ ਤੇ ਉਹਨੂੰ 50 ਰੁਪਏ ਕੇ 60 ਰੁਪਏ ਪੱਲਿਓਂ ਪੈ ਰਿਹਾ ਸੀ ਤੇ ਉਹਨੇ ਉਦਾਂ ਹੀ ਤਕਸੀਮ ਕਰ ਦਿੱਤੀ। ਤੁਸੀਂ ਗਾਜਰਾਂ ਨਾਲ ਵੇਖ ਲਓ ਕਿਹੜਾ ਗਾਜਰਾਂ ਨਾਲ ਜੋ ਹਾਲ ਹੋਇਆ। ਪਿਆਜ਼ ਜਿਹੜਾ ਵਾ ਉਹ 5-4 ਰੁਪਏ ਕਿਲੋ ਦਾ ਵਿਕਿਆ, ਉਦੋਂ ਹਕੂਮਤ ਨੂੰ ਸਰਕਾਰੀ ਰੇਟ ਦਾ ਚੇਤਾ ਨਹੀਂ ਆਇਆ। ਹੁਣ ਜੇ ਇਸ ਕਿਸਾਨ ਨੂੰ ਕੋਈ ਥੋੜਾ ਜਿਹਾ ਰੇਟ ਮਿਲਣ ਲੱਗ ਪਿਆ, ਜੇ ਕਿਸੇ ਨੇ ਆਪਦੀ ਸਬਜ਼ੀ ਸੰਭਾਲ ਲਈ ਤੇ ਸਰਕਾਰ ਭੱਜ ਕੇ ਵਿੱਚ ਕੁੱਦ ਪਈ, ਬਜਾਏ ਇਹ ਕਿ ਕਿਸਾਨਾਂ ਨੂੰ ਕੋਈ ਉਹ ਰਿਲੀਫ ਦੇਵੇ, ਕੋਈ ਥੋੜਾ ਰਿਲੀਫ ਦੇਵੇ, ਉਹਨਾਂ ਵਾਸਤੇ ਕੋਈ ਨਾ ਕੋਈ ਇਦਾਂ ਦਾ ਪੈਕੇਜ ਲਿਆਵੇ ਵੀ ਉਹਨਾਂ ਨੂੰ ਬਿਜਲੀ ਦੀ ਮੱਦ ਦੇ ਵਿੱਚ, ਬਿੱਲਾਂ ਦੀ ਮੱਦ ਦੇ ਵਿੱਚ, ਖਾਦ ਦੀ ਮੱਦ ਦੇ ਵਿੱਚ, ਸਪਰੇਅ ਦੀ ਮੱਦ ਦੇ ਵਿੱਚ ਫਾਇਦਾ ਉੱਥੇ ਨਹੀਂ ਆਉਣਾ। ਜਦੋਂ ਰੇਟ ਕਿਸੇ ਸ਼ੈ ਦਾ ਥੋੜਾ ਜਿਹਾ ਚੜਨ ਲੱਗਦਾ ਉਦੋਂ ਸਰਕਾਰ ਭੱਜ ਕੇ ਛਾਲ ਵਿੱਚ ਮਾਰ ਦਿੰਦੀ ਹੈ। ਜਦੋਂ ਉਹ ਕੱਦੂਆਂ ਦੇ ਛਾਪਰ ਜਾਂ ਗੋਭੀ ਦੇ ਛਾਪਰ ਜਾਂ ਮਟਰਾਂ ਦੇ ਜਾਂ ਪਿਆਜ਼ ਦੇ ਜਾਂ ਗਾਜਰਾਂ ਦੇ ਜਦੋਂ ਉੱਥੇ ਮੁਫਤ ਰੁਲਣ ਡੈ ਹੁੰਦੇ ਮੰਡੀਆਂ ਦੇ ਵਿੱਚ, ਉਦੋਂ ਹਕੂਮਤ ਭੰਗ ਪੀ ਕੇ ਸੁੱਤੀ ਪਈ ਹੁੰਦੀ। ਬਿਲਕੁਲ ਜੀ, ਇਹ ਤੇ ਸਰਾਸਰ ਨਾਇਨਸਾਫੀ ਆ, ਸਾਡੇ ਲੋਕਾਂ ਨਾਲ ਜ਼ੁਲਮ ਆ ਕਿ ਜਿੱਥੇ ਕੀਮਤਾਂ ਮੁਕਰਰ ਕਰਨੀਆਂ ਉੱਥੇ ਨਹੀਂ ਕਰਦੇ ਤੇ ਜਿੱਥੇ ਨਹੀਂ ਕਰਨੀਆਂ ਉੱਥੇ ਕਰ ਦਿੰਦੇ ਆ। ਹੁਣ ਜਿਵੇਂ ਬਿਜਲੀ ਦੇ ਇਹਨਾਂ ਨੇ ਬਿੱਲਾਂ ਦਾ ਹਾਲ ਕੀਤਾ ਵਾ ਕਿ 200 ਤੋਂ ਉੱਤੇ ਯੂਨਿਟ ਚਲੇ ਗਏ, ਇੱਕ ਵੀ ਯੂਨਿਟ ਉੱਤੇ ਚਲਾ ਗਿਆ ਤੇ ਜਿੱਥੇ 2000 ਬਿੱਲ ਉਸ ਤੇ 8-9 ਹਜ਼ਾਰ ਤੇ ਪਹੁੰਚ ਜਾਂਦਾ। ਉਹ ਇੱਕ ਯੂਨਿਟ ਤੁਹਾਨੂੰ ਕਿਤੇ 5000 ਤੋਂ ਉੱਤੇ ਦਾ ਪੈਂਦਾ। ਤੇ ਇਹ ਦੇਖੋ ਨਾ ਕਿੱਡੀ ਗਲਤ ਗੱਲ ਆ। ਤੇ ਕੋਈ ਬੰਦਾ ਇੱਥੇ ਬੋਲਦਾ ਨਹੀਂ, ਗੱਲ ਨਹੀਂ ਕਰਦਾ। ਜੇ ਬੋਲਦਾ ਵਾ ਤੇ ਉਹਨੂੰ ਜਿਵੇਂ ਤੁਸੀਂ ਆਖਿਆ ਚੱਕ ਲੈਂਦੇ ਆ, ਗੱਲ ਕਰਨ ਆਵਾਜ਼ ਦਬਾ ਦਿੰਦੇ ਆ। ਤੇ ਐਸੇ ਕਰਕੇ ਫਿਰ ਲੋਕ ਡਰਦੇ ਆ, ਨਹੀਂ ਬੋਲਦੇ, ਗੱਲ ਨਹੀਂ ਕਰਦੇ। ਲੇਕਿਨ ਆਪਣੇ ਹੱਕ ਲਈ ਤੁਹਾਨੂੰ ਕਮ ਸੇ ਕਮ ਇੱਕ ਦਫਾ ਜ਼ਰੂਰ ਬੋਲਣਾ ਚਾਹੀਦਾ। ਤੁਸੀਂ ਇੱਕ ਦਫਾ ਤੁਹਾਨੂੰ ਨਿਕਲਣਾ ਜ਼ਰੂਰ ਚਾਹੀਦਾ ਕਿ ਤੁਹਾਡੇ ਕੋ ਖੁਦਾ ਕਦੀ ਪੁੱਛੇ, ਰੱਬ ਪੁੱਛੇ ਕਿ ਤੁਸੀਂ ਆਪਦੇ ਹੱਕ ਲਈ ਨਹੀਂ ਨਿਕਲੇ ਤੇ ਤੁਸੀਂ ਜਵਾਬ ਦੇ ਸਕੋਗੇ ਅਸੀਂ ਨਿਕਲੇ ਸੀਗੇ, ਸਾਨੂੰ ਦਬਾ ਦਿੱਤਾ ਗਿਆ। ਬਿਲਕੁਲ ਭਾਜੀ, ਹੋਰ ਕੀ ਕਹਿਣਾ ਚਾਹੋਗੇ ਅੱਜ ਦੀ ਵੀਡੀਓ 'ਚ? ਬਸ ਜੀ, ਮੇਰਾ ਖਿਆਲ ਹੈ ਵੀਡੀਓ ਕਾਫੀ ਲੰਬੀ ਹੋ ਗਈ ਆ ਤੇ ਇਹਨਾਂ ਨੂੰ ਸਮੇਟਦੇ ਆ। ਬਾਕੀ ਇਨਸ਼ਾਅੱਲਾ ਤਾਲਾ ਉਹ ਜਿਹੜਾ ਗੰਦਗੀ ਦਾ ਢੇਰ ਫੈਲਾਇਆ ਹੋਇਆ ਚੱਕ ਦੇ ਨਾਲ, ਅਗਲਾ ਵਿਲਾਗ ਅਸੀਂ ਉੱਥੇ ਕਰਾਂਗੇ ਵੀ ਉਹ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਨੇ ਜਾਂ ਹਵਾ ਦੇ ਵਿੱਚ ਛਾਪਰ ਉੱਡ ਕੇ ਲੋਕਾਂ ਦੀਆਂ ਫਸਲਾਂ ਦੇ ਵਿੱਚ ਜਾਣ ਡਏ ਨੇ, ਉੱਥੇ ਖਾਲੇ ਜਿਹੜੇ ਨੇ, ਖਾਲੇ ਬੰਨੇ ਜਿਹੜੇ ਨੇ ਉਹਨਾਂ ਦੇ ਵਿੱਚ ਛਾਪਰ ਪਏ ਨੇ, ਉੱਥੋਂ ਪਾਣੀ ਫਸਲਾਂ ਵਾਸਤੇ ਨਹੀਂ ਲੰਘਦਾ। ਉਸ ਤੋਂ ਇਲਾਵਾ ਜੇ ਉਹ ਛਾਪਰ ਦਾ ਕੋਈ ਛੋਟਾ ਮੋਟਾ ਟੋਟਾ, ਕੋਈ ਡੰਗਰ ਉੱਥੇ ਜਿਹੜੇ ਚਰਦੇ ਨੇ ਵਾਹੀਆਂ ਦੇ ਵਿੱਚ ਜਾਂ ਸਾਈਡ ਤੇ ਲੋਕਾਂ ਨੇ ਬੰਨੇ ਹੋਏ ਨੇ, ਛੋਟਾ ਮੋਟਾ ਛਾਪਰ ਦਾ ਟੁਕੜਾ
ਅਗਰ ਖਾਣੇ ਦੇ ਦੌਰਾਨ ਕਿਸੇ ਜਾਨਵਰ ਦੇ ਅੰਦਰ ਚਲ ਜਾਵੇ ਉਹ ਬਿਮਾਰੀਆਂ ਦਾ ਘਰ ਆ। ਤੇ ਹਵਾ ਦੇ ਨਾਲ ਬੱਚੇ ਲੰਘ ਕੇ ਉੱਥੋਂ ਸਕੂਲੇ ਆਉਂਦੇ ਨੇ 12 ਚੱਕਦੇ। ਹਾਂ ਬਿਲਕੁਲ ਜੀ, ਉੱਥੋਂ 12 ਚੱਕ ਦੇ ਬੱਚੇ ਜਿਹੜੇ ਉਹ ਸਕੂਲੇ ਪੜ੍ਹਨ ਵਾਸਤੇ ਆਉਂਦੇ ਆ। 2 ਦਫਾ ਉਹਨਾਂ ਨੇ ਇੱਕ ਵਾਰੀ ਆਉਣਾ ਵਾ ਤੇ ਇੱਕ ਵਾਰੀ ਵਾਪਸ ਜਾਣਾ। ਉਸ ਫਿਜ਼ਾ ਦੇ ਵਿੱਚ ਉਹਨਾਂ ਨੇ ਸਾਹ ਲੈਣਾ ਜਿਹੜਾ ਬਿਮਾਰੀਆਂ ਦਾ ਘਰ ਆ। ਤੇ ਉਹ ਗੰਦ ਦੇ ਢੇਰ ਨੂੰ ਉੱਥੋਂ ਚੁੱਕਣਾ ਚਾਹੀਦਾ। ਅਗਲਾ ਵਲੌਗ ਇਨਸ਼ਾਅੱਲਾ ਅਸੀਂ ਉਹਦੇ ਤੇ ਕਰਾਂਗੇ। ਬਿਲਕੁਲ ਤੇ ਹਾਂਜੀ, ਅੱਜ ਦੀ ਵੀਡੀਓ ਜਨਾਬ ਤੁਹਾਡੇ ਨਾਲ ਗੱਲਾਂ ਕੀਤੀਆਂ। ਅਸੀਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਦੋਂ ਅਸੀਂ ਪੰਜਾਬੀ ਰੰਗ ਚੈਨਲ ਦਾ ਨਾਮ ਰੱਖਿਆ ਤੇ ਨਾਮ ਤੋਂ ਮੁਰਾਦ ਇਹ ਸੀਗਾ ਕਿ ਅਸੀਂ ਪੰਜਾਬ ਦੀ ਹਰ ਮੁੱਦੇ ਤੇ ਗੱਲ ਕਰਾਂਗੇ। ਸਾਡਾ ਮੇਨ ਜਿਹੜਾ ਮੁੱਦੇ ਆ ਉਹ ਸਿਰਫ 2 ਆ, ਪੰਜਾਬੀ ਜ਼ੁਬਾਨ ਤੇ ਪੰਜਾਬੀ ਤਹਿਜ਼ੀਬ। ਇਹਦੇ ਵਿੱਚ ਫਿਰ ਜਿਹੜੀ ਵੀ ਸ਼ੈ ਆਉਂਦੀ ਆ, ਜਿਹੜੀ ਵੀ ਚੀਜ਼ ਆਉਂਦੀ ਆ, ਅਸੀਂ ਉਹਨੂੰ ਡਿਸਕਸ ਕਰਾਂਗੇ। ਤੇ ਅਸੀਂ ਅੱਜ ਦੀ ਵੀਡੀਓ ਨੂੰ ਸਮੇਟਦੇ ਹਾਂ, ਇੱਥੇ ਹੀ ਖ਼ਤਮ ਕਰਦੇ ਹਾਂ। ਆਪਾਂ ਮਿਲਦੇ ਹਾਂ ਨਵੀਂ ਵੀਡੀਓ 'ਚ। ਸਾਨੂੰ ਦਿਓ ਇਜਾਜ਼ਤ ਜੀ, ਰੱਬ ਰਾਖਾ।